गुरु प्यारी साध संगत जी, राधा स्वामी जी। प्यारी साध संगत जी, आज 2 सितंबर 2024 को बाबा जी ने अपना उत्तराधिकारी नियुक्त कर दिया है जी। बाबा जी ने सरदार जसदीप सिंह गिल जी को पुत्र सरदार सुखदेव सिंह गिल जी को अपना उत्तराधिकारी नियुक्त किया है जी। बाबा जी ने सिर्फ अपना अगला उत्तराधिकारी नियुक्त किया है। अगले सत्संग बाबा जी खुद ही फरमाएंगे जी। आज बाबा जी ने गुरगद्दी के नए वारिस का ऐलान कर दिया है। दिल में कुछ हलचल सी हो रही है, पता नहीं क्यों। ये दिल बाबा जी के अलावा और किसी को देखने के लिए तैयार ही नहीं है। हम बाबा जी के हुक्म की पालन करते हैं, उनका हुक्म हम मानते भी हैं, लेकिन क्या करें, हम तो अपना दिल दिमाग अपनी सारी ज़िंदगी बाबा जी के नाम लिखवा चुके हैं। जितना प्यार हम बाबा जी को करते हैं, मुझे नहीं लगता शायद हम किसी और को कर पाएँ। बाबा जी के साथ इतनी यादें जुड़ी हैं, इतने दर्शन देखे हैं, बाबा जी के कोई गिनती नहीं। बाबा जी से दूर हम एक पल के लिए भी नहीं हो सकते। वह तो हर वक्त हमारे दिल में रहते हैं। आपसे अनुरोध है कि ब्यास में 8, 15 और 22 सितंबर 2024 को भंडारा एवं नामदान पंजीकरण एवं नामदान के सभी कार्यक्रम पूर्व निर्धारित कार्यक्रम के अनुसार होंगे। कुछ भरम और अफवाहां ਨੂੰ दूर करना लाजमी है। गुरगद्दी ਦਾ कोई हथ नहीं है ਅਤੇ कोई दस्तारबंदी नहीं है, ਜਿਵੇਂ ਕਿ ਮੀਡੀਆ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਬਾਬਾ ਜੀ ਤੰਦਰੁਸਤ ਹਨ ਅਤੇ ਰਾਧਾ ਸਵਾਮੀ ਬਿਆਸ ਧਰਮ ਦੇ ਗੁਰੂ ਬਣੇ ਰਹਿਣਗੇ ਅਤੇ ਉੱਤਰਾਧਿਕਾਰੀ ਮਹਾਰਾਜ ਜਸਦੀਪ ਸਿੰਘ ਗਿੱਲ ਜੀ ਉਹਨਾਂ ਦੇ ਉਪ ਨਿਰਧਾਰਕ ਹੋਣਗੇ ਅਤੇ ਉਹਨਾਂ ਦੇ ਨਾਲ ਬੈਠਣਗੇ ਅਤੇ ਬਾਬਾ ਜੀ ਦੀ ਨਿਗਰਾਨੀ ਹੇਠ ਰਹਿਣਗੇ। ਸੰਗਤਾਂ ਨੂੰ ਡੇਰਾ ਬਿਆਸ ਵਿੱਚ ਕਾਹਲੀ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਇੱਥੇ ਕੋਈ ਰਸਮੀ ਸਮਾਗਮ ਜਾਂ ਸਮਾਗਮ ਨਹੀਂ ਹੋ ਰਿਹਾ। ਕਿਰਪਾ ਕਰਕੇ ਅਫਵਾਹਾਂ ਉੱਤੇ ਧਿਆਨ ਨਾ ਦਿਓ ਅਤੇ ਬਿਆਸ ਵੱਲ ਦੌੜੋ। ਬਾਬਾ ਜੀ ਅਤੇ ਉਹਨਾਂ ਦੇ ਗੱਦੀ ਨਸ਼ੀਨ ਇਕੱਠੇ ਸਾਸੰਗ ਕੇਂਦਰਾਂ ਦਾ ਦੌਰਾ ਕਰਨਗੇ। ਸਾਰੇ ਵਿਦੇਸ਼ੀ ਸਾਸੰਗ ਨਵੇਂ महाराज जी द्वारा दिते जाएंगे। कुल मालिक की तरफ से जो भी कदम उठाए जाते हैं वो संगत और सेवादारों की बेहतरी के लिए ही उठाए जाते हैं। उनके बारे में हम इंसानों की तुच्छ बुद्धि कैसे सोच सकती है। इसलिए मालिक के हुक्म पर भरोसा रखें। एक दूसरे को फ़ोन या मैसेज करके कुछ भी ऐसा ना कहे कि जिससे संगत में घबराहट ਜਾਂ गलत फहमी पैदा हो। सतगुरु का हर कदम संसार की बेहतरीन के लिए ही होता है, इसलिए अपने प्यारे सतगुरु की लीलाओं पे भरोसा रखें और हुक्म में रहकर भजन सिमरन करते रहें जी। इसे तरह ਜਦੋਂ ਬਾਬਾ ਜੀ ਮਹਾਰਾਜ ਨੇ ਝੋਲਾ ਛੱਡਿਆ ਸੀ, ਉਹਨਾਂ ਦੀ ਇੱਕ ਵਾਰਦਾਤ ਮੈਂ ਤੁਹਾਨੂੰ ਸੁਣਾਉਂਦੀ ਹਾਂ ਜੀ। ਬਾਬਾ ਜੀ ਮਹਾਰਾਜ ਨੇ ਚੋਲਾ ਛੱਡਣ ਤੋਂ ਕਈ ਮਹੀਨੇ ਪਹਿਲਾਂ ਹੀ ਆਪਣੇ ਜਾਣ ਦੇ ਤੇ ਹਜ਼ੂਰ ਮਹਾਰਾਜ ਸਾਵੰਤ ਸਿੰਘ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨ ਦੇ ਸਾਫ਼ ਇਸ਼ਾਰੇ ਦਿੰਦੇ ਸੀ। ਉਹਨਾਂ ਦਿਨਾਂ ਵਿੱਚ ਇਹ ਗੱਲਾਂ ਸੁਣ ਕੇ ਇੱਕ ਸਤਸੰਗੀ ਨੇ ਬਾਬਾ ਜੀ ਮਹਾਰਾਜ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਮੈਂ ਤੁਹਾਡੇ ਸਿਵਾ ਹੋਰ ਕਿਸੇ ਨੂੰ ਨਹੀਂ ਮੰਨਾਂਗਾ। ਤਾਂ ਬਾਬਾ ਜੀ ਨੇ ਫਰਮਾਇਆ, ਤੁਸਾਂ ਲੋਕਾਂ ਦਾ ਕਦੇ ਉਧਾਰ ਨਹੀਂ ਹੋਵੇਗਾ। ਤਾਂ ਉਸ ਸਤਸੰਗੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਤਾਂ ਬੜਾ ਭੁੱਲਿਆ ਹੋਇਆ ਹਾਂ, ਕਿਰਪਾ ਕਰਕੇ ਆਪਣੀ ਗੱਲ ਸਮਝਾ ਦਿਓ, ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆਈ। ਬਾਬਾ ਜੀ ਨੇ ਉੱਤਰ ਦਿੱਤਾ, ਪਰ ਤੱਕ ਬੈਠੇ ਸੰਤ ਸਤਿਗੁਰੂ ਜਿਸ ਨੂੰ ਵੀ ਆਪਣਾ ਉੱਤਰਾਧਿਕਾਰੀ ਜਾਣੀ ਕਿ ਜਾਨਸ਼ੀਨ ਥਾਪਦੇ ਹਨ, ਉਹ ਉਹਨਾਂ ਦਾ ਹੀ ਸਰੂਪ ਹੁੰਦਾ ਹੈ। ਫਿਰ ਫਰਮਾਇਆ, ਜਿਸ ਨੂੰ ਮੈਂ ਮੁਕਰਰ ਕਰਾਂਗਾ ਉਹ ਮੇਰੇ ਨਾਲੋਂ ਵੀ ਵੱਧ ਚੜ੍ਹ ਕੇ ਹੋਵੇਗਾ। ਮੈਂ ਗੁਪਤ ਰਿਹਾ ਹਾਂ ਤੇ ਉਹ ਪ੍ਰਗਟ ਰਹੇਗਾ।
ਮੈਂ ਤਾਂ ਹਰ ਇੱਕ ਦਾ ਲਿਹਾਜ਼ ਰੱਖਦਾ ਸਾਂ, ਪਰ ਉਹ ਪਰਮਾਰਥੀ ਤੋਂ ਬਿਨਾਂ ਕਿਸੇ ਨਾਲ ਮੇਲ ਜੋਲ ਨਹੀਂ ਰੱਖੇਗਾ। ਫਿਰ ਬਾਬਾ ਜੀ ਨੇ ਫਰਮਾਇਆ, ਸੰਤ ਮਨ ਦੀ ਕਿਸੇ ਨੂੰ ਸਮਝ ਨਹੀਂ ਆਈ। ਸੰਤ ਜਿਸ ਨੂੰ ਆਪ ਸਮਝਾ ਦੇਣਗੇ ਉਹੀ ਸਮਝੇਗਾ ਜੀਵ ਨੂੰ ਕੀ ਖਬਰ ਹੈ। ਸੰਤ ਇੱਕ ਦੂਜੇ ਵਿੱਚ ਕਿਵੇਂ ਸਮਾ ਜਾਂਦੇ ਹਨ? ਸੰਤ ਇੱਕ ਦੂਜੇ ਵਿੱਚ ਇਵੇਂ ਸਮਾ ਜਾਂਦੇ ਹਨ ਜਿਵੇਂ ਪਾਣੀ ਵਿੱਚ ਮਿਸ਼ਰੀ ਘੁਲ ਜਾਂਦੀ ਹੈ। ਪਾਣੀ ਦਾ ਰੰਗ ਨਹੀਂ ਬਦਲਦਾ, ਪਰ ਸਵਾਦ ਬਦਲ ਜਾਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਬਾਬਾ ਜੀ ਨੇ ਵੀ ਆਪਣਾ ਉੱਤਰਾਧਿਕਾਰੀ ਜਾਣੀ ਕਿ ਨਵੀਂ ਸਰਕਾਰ ਸਰਦਾਰ ਜਸਦੀਪ ਸਿੰਘ ਗਿੱਲ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਉਹ ਵੀ ਹੁਣ ਬਾਬਾ ਜੀ ਦਾ ਹੀ ਰੂਪ ਹਨ। ਜਿਵੇਂ ਕਿ ਪਾਣੀ ਵਿੱਚ ਮਿਸ਼ਰੀ ਘੁਲ ਜਾਂਦੀ ਹੈ, ਉਹ ਵੀ ਪੂਰੀ ਤਰ੍ਹਾਂ ਬਾਬਾ ਜੀ ਵਿੱਚ ਸਮਾਏ ਹੋਏ ਹਨ। ਸੰਤ ਹਮੇਸ਼ਾ ਹੀ ਧੁਰ ਤੋਂ ਪਹਿਲਾਂ ਹੀ ਲਿਖ ਕੇ ਆਏ ਹੁੰਦੇ ਹਨ। ਇਸੇ ਤਰ੍ਹਾਂ ਸਾਨੂੰ ਵੀ ਬਾਬਾ ਜੀ ਉੱਪਰ ਪੂਰਾ ਵਿਸ਼ਵਾਸ ਰੱਖਦੇ ਹੋਏ ਭਜਨ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਵੀ ਉਹਨਾਂ ਵਿੱਚ ਜਾਣੀ ਕਿ ਨਵੇਂ ਸਤਿਗੁਰੂ ਸਰਦਾਰ ਜਸਦੀਪ ਸਿੰਘ ਗਿੱਲ ਜੀ ਵਿੱਚ ਬਾਬਾ ਜੀ ਦੇ ਹੀ ਦਰਸ਼ਨ ਹੋਣਗੇ ਜੀ। ਇਹ ਉਹੀ ਸਮਝ ਸਕਦੇ ਹਨ ਜਿਨ੍ਹਾਂ ਨੂੰ ਉਸ ਪੂਰੇ ਪਰਮ ਪਰਮਾਤਮਾ यानी कि बाबा जी ऊपर विश्वास है जी। सो प्यारी साध संगत जी, हमें भी बाबा जी के इस डिसीजन को एक्सेप्ट करना है जी और आने वाले सतगुरु जी के हुक्म को उसी तरह से निभाना है जैसे हम सब बाबा जी के हुक्म को मानते आए हैं। संतों महात्माओं की क्या मौज होती है, ये तो संत महात्मा ही जानते हैं। हमें तो सिर्फ सतगुरु के बाने में रहना है। सतगुरु के डिसीज़न पर किसी तरह का कोई सवाल नहीं करना है। हमारे लिए जैसे हमारे प्यारे बाबा जी हैं, वैसे ही आने वाले सतगुरु भी बाबा जी का ही रूप है। हमें भजन सिमरन और सेवा को वैसे ही जारी रखना है जैसे हम अब तक करते आ रहे हैं। बाबा जी ने 34 साल से भी ज़्यादा समय तक संगत को संभाला है और अब 34 साल के बाद बाबा जी ने ये जिम्मेदारी आने वाली सरकार सतगुरु जी को दे दी है। हमें आने वाली सरकार सतगुरु जी से भी वही प्रेम करना है और उनके बहाने में रहना है जैसे हम बाबा जी से करते हैं। जो संगत डेरे जाना चाहती है वो खुशी से जा सकती है जी। राधा स्वामी जी।